ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਦੇ ਵਿੱਚ ਸਵਾਗਤ ਹੈ। ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤਾਂ ਜਦੋਂ ਅਸੀਂ ਰਿਸਟ੍ਰਿਕਸ਼ਨ ਦੀ ਗੱਲ ਵੀ ਕਰ ਲੈਂਦੇ ਹਾਂ ਕਿ ਰਿਸਟ੍ਰਿਕਸ਼ਨਸ ਸਟਾਰਟ ਹੋ ਰਹੀਆਂ ਨੇ 22 ਤਰੀਕ ਨੂੰ। ਜਿਹੜਾ ਵੀ ਕੋਈ ਕੈਨੇਡਾ ਦੇ ਵਿੱਚ ਫਲਾਈ ਕਰਕੇ ਐਂਟਰ ਹੋ ਰਿਹਾ ਤਾਂ ਉਹਦੇ ਕੋਲੇ 72 ਘੰਟੇ ਪਹਿਲਾਂ PCR ਰਿਪੋਰਟ ਹੋਣੀ ਚਾਹੀਦੀ ਹੈ ਤੇ ਨਾਲ ਜਦੋਂ ਉਹ ਕੈਨੇਡਾ ਦੇ ਵਿੱਚ ਐਂਟਰ ਹੋਣਗੇ ਤਾਂ ਉਹਨਾਂ ਦਾ ਕੋਵਿਡ ਟੈਸਟ ਜਿਹੜਾ ਕੀਤਾ ਜਾਊਗਾ ਤੇ ਟੈਸਟ ਤੋਂ ਬਾਅਦ ਉਹ ਘਰ ਨਹੀਂ ਆਉਣਗੇ, ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਰਹਿਣਾ ਪਊਗਾ। ਉੱਥੇ ਰਹਿਣ ਦੇ ਲਈ ਵੀ ਉਹਨਾਂ ਨੂੰ ਪਹਿਲਾਂ ਰੈਜ਼ਰਵੇਸ਼ਨ ਕਰਵਾਉਣੀ ਪੈਣੀ ਹੈ ਤੇ ਉਹ ਹੁਣ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਸੋਮਵਾਰ ਤੋਂ 22 ਤਰੀਕ ਨੂੰ ਲਾਗੂ ਹੋ ਜਾਣੀਆਂ। ਉਹਦੇ ਬਾਰੇ ਅੱਜ ਡੀਟੇਲ ਦੇ ਵਿੱਚ ਗੱਲ ਕਰਾਂਗੇ ਤੇ ਨਾਲ ਲੈਂਡ ਬਾਰਡਰ ਰਿਸਟ੍ਰਿਕਸ਼ਨਸ ਵੀ ਆਲਰੇਡੀ ਲਾਗੂ ਹੋ ਗਈਆਂ ਨੇ। ਤੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡਰਾ ਜਿਹੜਾ ਐਕਸਪ੍ਰੈਸ ਐਂਟਰੀ ਦਾ ਡਰਾ ਆਇਆ ਸੀ ਪਿਛਲੇ ਹਫਤੇ 75 ਤੇ ਆਇਆ ਸੀ, ਕੀ ਕੁਝ ਉਹਦੇ ਵਿੱਚ ਅਪਡੇਟਸ ਨੇ, ਕੀ ਹੁਣ ਅੱਗੇ ਆਉਣ ਵਾਲੇ ਸਟੂਡੈਂਟਸ ਨੂੰ ਕੀ ਕਰਨਾ ਚਾਹੀਦਾ, ਕਿਉਂਕਿ ਕਈਆਂ ਦੇ ਪ੍ਰੋਫਾਈਲ ਨਾ ਬਣਨ ਕਰਕੇ ਉਹਨਾਂ ਨੂੰ ਉਹ ਇਨਵੀਟੇਸ਼ਨ ਨਹੀਂ ਮਿਲੇ ਸੀ। PNP ਦੇ ਵੀ ਬਹੁਤ ਡਰਾ ਆਏ ਨੇ। ਹੋਰ ਕੀ ਕੁਝ ਹੋ ਰਿਹਾ ਹੈ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ, ਗੱਲ ਕਰ ਲੈਂਦੇ ਆ ਵੀਜ਼ਾ ਲਿੰਕ ਤੋਂ ਮਿਸਟਰ ਗੁਰਮੀਤ ਸਿੱਧੂ ਦੇ ਨਾਲ। ਲੈਟਸ ਵੈਲਕਮ ਮਿਸਟਰ ਸਿੱਧੂ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਜੀ, ਕੀ ਹਾਲ ਚਾਲ? ਠੀਕ ਹੈ ਜੀ, ਬਹੁਤ ਵਧੀਆ ਜੀ। ਸੋ ਜਿਵੇਂ ਤੁਸੀਂ ਕਿਹਾ ਕਿ ਬਹੁਤ ਵਧੀਆ, ਉਸ ਤਰ੍ਹਾਂ ਸਾਰਿਆਂ ਦਾ ਮੈਨੂੰ ਲੱਗਦਾ ਹਾਲ ਬਹੁਤ ਵਧੀਆ ਹੋਣਾ ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲ ਗਏ ਹੈਗੇ ਆ। ਸੋ 75 ਤੇ ਪਹਿਲਾ ਡਰਾ ਗਿਆ ਐਕਸਪ੍ਰੈਸ ਐਂਟਰੀ ਦਾ, ਉਹਦੇ ਬਾਰੇ ਕੀ ਅਪਡੇਟ ਹੈ? 75 ਤੇ ਜਿਵੇਂ ਤੁਸੀਂ ਦੱਸਿਆ ਜੀ, ਹੁਣ ਡਰਾ ਆਇਆ ਜੀ ਐਕਸਪ੍ਰੈਸ ਐਂਟਰੀ ਦਾ, ਜਿਹਨੇ ਸਾਰਿਆਂ ਨੂੰ ਇੱਕ ਵਾਰੀ ਸਟੰਡ ਕਰਤਾ ਹੈਗਾ। ਸਹੀ ਹੈ। ਐਂਡ ਇਹਦੇ ਵਿੱਚ ਸ਼ੌਕ ਉਹਨਾਂ ਨੂੰ ਜ਼ਿਆਦਾ ਲੱਗਿਆ ਜੀ ਜਿਨ੍ਹਾਂ ਨੇ ਪ੍ਰੋਫਾਈਲ ਹੀ ਨਹੀਂ ਬਣਾਇਆ ਸੀ। ਐਂਡ ਬਹੁਤ ਸਾਰੇ ਲੋਕ ਇਹਦੇ 'ਚ ਉਹ ਰਹਿ ਗਏ ਆ ਜਿਨ੍ਹਾਂ ਦਾ 300 ਜਾਂ 300 ਤੋਂ ਘੱਟ ਪੁਆਇੰਟ ਬਣਦੇ ਸੀ, ਕਿਉਂਕਿ ਕਿਸੇ ਨੂੰ ਆਸ ਨਹੀਂ ਸੀਗੀ ਜਿਹੜਾ ਪੁਆਇੰਟ ਸਕੋਰ ਚੱਲ ਰਿਹਾ ਸੀਗਾ। ਐਕਸਪ੍ਰੈਸ ਐਂਟਰੀ ਐਕਸਪੀਰੀਅੰਸ ਕਲਾਸ ਦੇ ਵਿੱਚ ਇਹ ਆਇਆ ਜੀ। ਐਂਡ ਇਹਦੇ ਵਿੱਚ ਸਿਰਫ ਉਹੀ ਐਲੀਜੀਬਲ ਹੋ ਸਕਦਾ ਜਿਨ੍ਹਾਂ ਨੇ ਕੈਨੇਡਾ 'ਚ ਘੱਟੋ ਘੱਟ 1 ਈਅਰ ਕੰਮ ਕੀਤਾ ਜੀ। ਐਂਡ ਜਿਹੜਾ ਇਹਦਾ ਸਕੋਰ ਸੀਗਾ ਪਹਿਲਾਂ ਉਹ 475 ਤੋਂ ਸਟਾਰਟ ਹੋਇਆ ਜੀ ਪਿਛਲੇ 6-7 ਮਹੀਨਿਆਂ ਦੇ ਵਿੱਚ। ਜਿਹੜਾ ਮਿਨੀਮਮ ਸਕੋਰ ਸੀਗਾ ਉਹ 432 ਸੀਗਾ। ਜਿਹੜਾ ਰੀਸੈਂਟ ਆਇਆ ਸੀ ਐਕਸਪੀਰੀਅੰਸ ਕਲਾਸ 'ਚ ਉਹ 452 ਤੇ ਆਇਆ ਸੀਗਾ ਜੀ। ਐਂਡ ਦਿਸ ਇਜ਼ ਦਾ ਜਿਹੜਾ ਹੁਣ ਆਇਆ ਜੀ 75 ਨੰਬਰ ਵਾਲਾ, ਇਹ ਤੇ ਕਿਸੇ ਨੂੰ ਕੋਈ ਆਸ ਨਹੀਂ ਸੀਗੀ। ਇਹ 75 ਨੰਬਰ ਤੇ ਜੀ ਇਹਨਾਂ ਨੇ ਪੂਲ ਦੇ ਵਿੱਚੋਂ ਕੱਢ ਲਈਆਂ ਐਪਲੀਕੇਸ਼ਨਸ। ਐਂਡ ਉਹਦੇ ਵਿੱਚ 27,332 ਐਪਲੀਕੇਸ਼ਨਸ ਬਾਹਰ ਆ ਗਈਆਂ ਜੀ। ਤੇ ਲੋਕਾਂ ਨੂੰ ਬੜੀ ਐਕਸਾਈਟਮੈਂਟ ਆ। ਹੁਣ ਆਪਾਂ ਸਾਰੇ ਸੁਣਦੇ ਵੀ ਪਏ ਆ ਕਿ ਜਿੰਨੇ ਵੀ ਇੱਥੇ VFS ਆਫਿਸਿਸ ਹੈਗੇ ਆ ਇੰਡੀਆ ਦੇ, ਉਹਨਾਂ ਦੇ ਮੂਹਰੇ ਲੰਬੀਆਂ ਕਤਾਰਾਂ ਲੱਗੀਆਂ। ਬਿਲਕੁਲ। ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਐਕਸਪ੍ਰੈਸ ਐਂਟਰੀ ਦੀ ਫਾਈਲ ਆਪਾਂ ਅਪਲਾਈ ਕਰਦੇ ਹਾਂ ਤਾਂ ਪੁਲਿਸ ਕਲੀਅਰੈਂਸ ਦੀ ਲੋੜ ਪੈਂਦੀ ਆ। ਸੋ ਸਾਰਿਆਂ ਨੇ ਪੁਲਿਸ ਕਲੀਅਰੈਂਸ ਇੰਡੀਆ ਦਾ ਲੈਣਾ ਹੈ, ਮੋਸਟਲੀ ਇੰਡੀਆ ਦੇ ਜਿਹੜੇ ਐਪਲੀਕੈਂਟਸ ਹੈਗੇ ਆ ਕੈਨੇਡਾ ਦੇ ਵਿੱਚ। ਸੋ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਇਹ। ਸੋ ਲੋਕਾਂ ਨੂੰ ਆਸ ਹੈਗੀ ਆ ਕਿ ਹੁਣ ਆਉਣ ਵਾਲੇ ਸਮੇਂ 'ਚ ਸਾਰੇ ਸ਼ਾਇਦ ਜਿਹੜੇ ਕੈਨੇਡਾ 'ਚ ਬੈਠੇ ਆ ਉਹਨਾਂ ਲਈ ਵੀ ਕੋਈ ਨਾ ਕੋਈ ਹੋਰ ਅਪਰਚੂਨਿਟੀ, ਹੋਰ ਮੌਕੇ ਜਿਹੜੇ ਗਵਰਨਮੈਂਟ ਦਊਗੀ ਜੀ। ਬਿਲਕੁਲ। ਰਿਕੁਐਸਟ ਵੀ ਬਹੁਤ ਜਣਿਆਂ ਨੇ ਪਾਈ ਸੀਗੀ ਸਾਨੂੰ ਸਾਡੇ ਵਰਕ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਪੱਕਾ ਕੀਤਾ ਜਾਵੇ, ਸਾਨੂੰ PR ਦਿੱਤੀ ਜਾਵੇ, ਪਰ ਉਹਨਾਂ ਦੇ ਕੋਲ ਸਿੱਧਾ ਵੇ ਹੈ ਨਹੀਂ ਸੀ ਕਹਿਣ ਨੂੰ ਕਿ ਚਲੋ ਜੀ ਸਾਰੇ ਪੱਕੇ ਕਰ ਦਿੱਤੇ ਗਏ। ਉਹ ਇਹਨਾਂ ਨੇ ਵੇ ਕੱਢ ਲਿਆ ਕਿ ਅਸੀਂ ਜਿਹੜਾ ਡਰਾ ਆ ਬਹੁਤ ਥੱਲੇ ਸਿੱਟ ਦਿੰਦੇ ਆ, ਜਿਹਦੀ ਕਿਸੇ ਨੂੰ ਉਮੀਦ ਨਹੀਂ ਸੀਗੀ। ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੱਦਾਂ ਮੈਂਸ਼ਨ ਕੀਤਾ ਕਿ ਪ੍ਰੋਫਾਈਲ ਜਿਨ੍ਹਾਂ ਦੇ ਬਣੇ ਸੀ ਉਹਨਾਂ ਵਾਸਤੇ ਤਾਂ ਖੁਸ਼ੀ ਦੀ ਗੱਲ ਆ, ਪਰ ਹੁਣ ਬਹੁਤ ਲੋਕਾਂ ਨੇ ਪ੍ਰੋਫਾਈਲ ਬਣਾਏ ਨਹੀਂ ਸੀ, ਜਿਵੇਂ ਜਿਨ੍ਹਾਂ ਦੇ 300 ਸਕੋਰ ਸੀਗੇ ਜਾਂ ਜਿਨ੍ਹਾਂ ਦੇ 300-350 ਤੋਂ ਉੱਤੇ 400 450 ਤੋਂ ਘੱਟ ਸੀਗੇ, ਬਹੁਤ ਸੀਗੇ, ਕਹਿੰਦੇ ਕਿ ਸਾਡੇ ਤੇ ਫਾਈਲ ਲੱਗ ਹੀ ਨਹੀਂ ਸਕਦੀ। ਹੁਣ ਉਹਨਾਂ ਦੇ ਲਈ ਕੀ ਸਲਾਹ ਹੈ ਤੁਹਾਡੀ ਕਿ ਉਹਨਾਂ ਨੂੰ ਪ੍ਰੋਫਾਈਲ ਬਣਾ ਲੈਣਾ ਚਾਹੀਦਾ, ਕਿਉਂਕਿ ਅਗਲਾ ਸਕੋਰ ਕਿੰਨਾ ਕੁ ਆਸ ਹੈ ਕਿ ਆਊਗਾ? ਦੇਖੋ ਜੀ, ਜਿਹੜਾ ਜਿਵੇਂ ਵੀ ਆਪਾਂ ਕੋਵਿਡ ਸਿਚੁਏਸ਼ਨ ਚੱਲਦੀ ਪਈ ਹੈ ਪਿਛਲੇ ਆਲਮੋਸਟ 1 ਸਾਲ ਹੋ ਜਾਣਾ ਜੀ ਮਾਰਚ ਦੇ ਵਿੱਚ ਜੀ। ਤੇ ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਹੈਗਾ ਉਹਨਾਂ ਨੂੰ ਬੜੀ ਔਖਿਆਈ ਹੋ ਰਹੀ ਸੀਗੀ ਜਿਹੜੇ ਐਲੀਜੀਬਲ ਐਪਲੀਕੈਂਟਸ ਜਾਂ ਐਲੀਜੀਬਲ ਇਮੀਗ੍ਰੈਂਟਸ ਲੱਭਣ ਦੇ ਵਿੱਚ। ਜਿਹੜਾ ਕੋਟਾ ਸੀ ਲਾਸਟ ਈਅਰ ਦਾ ਜੀ ਉਹ ਪੂਰਾ ਨਹੀਂ ਹੋਇਆ ਸੀਗਾ, 80,000 ਇਮੀਗ੍ਰੈਂਟ ਸ਼ਾਰਟ ਰਹਿ ਗਿਆ ਸੀਗਾ। ਐਂਡ ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਜਿਹੜੇ ਇਮੀਗ੍ਰੇਸ਼ਨ ਨੂੰ ਡੀਲ ਕਰਦੇ ਆ, ਜਿਵੇਂ ਸਾਡੀ ਫਰਮ ਹੈ ਜਾਂ ਜਿਹੜੇ ਵੀ ਇਮੀਗ੍ਰੇਸ਼ਨ ਨੂੰ ਡੀਲ ਕਰਦੇ ਆ, ਸੋ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਗਵਰਨਮੈਂਟ ਕੋਈ ਐਵੇਂ ਦਾ ਪਲਾਨ ਕੱਢੂਗੀ ਵੀ ਜਿਹਦੇ ਨਾਲ ਅੰਦਰੋਂ ਹੀ ਇਮੀਗ੍ਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਪੱਕੇ ਕਰਕੇ ਤੇ ਉਹਦਾ ਕੋਟਾ ਹੈਗਾ ਉਹ ਪੂਰਾ ਕੀਤਾ ਜਾ ਸਕੇ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ 12 ਲੱਖ ਜਿਹੜਾ ਹੈਗਾ ਇਹਨਾਂ ਨੂੰ ਇਮੀਗ੍ਰੈਂਟਸ ਚਾਹੀਦਾ ਹੈ, ਜਿਹਦੀ ਅਨਾਉਂਸਮੈਂਟ 2 ਮਹੀਨੇ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਕੀਤੀ ਸੀਗੀ। ਸੋ 12 ਲੱਖ ਹਜੇ ਰਹਿੰਦਾ ਜੀ। ਸੋ ਇਹ ਤਾਂ ਮੈਂ ਪਿਛਲੇ ਹੀ ਕਹੂੰਗਾ ਕਿ ਹਜੇ ਪਿਛਲਾ ਕੋਟਾ ਪੂਰਾ ਕਰ ਰਹੇ ਆ। ਐਂਡ 2023 ਤੱਕ ਜਿਹੜਾ ਹੈਗਾ ਜੀ ਇਮੀਗ੍ਰੇਸ਼ਨ ਬਾਹਰੋਂ ਬਹੁਤ ਘੱਟ ਕਰਨਗੇ ਜੀ। ਇਮੀਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਲਿਆਉਣੇ ਆ ਜੀ, ਜਿਹੜੇ ਸਟੂਡੈਂਟਸ ਆਉਣਗੇ, ਵਰਕਰਸ ਆਉਣਗੇ, ਉਹ ਉਵੇਂ ਹੀ ਜਿਹੜੇ ਆ ਰਹੇ ਹੈਗੇ ਉਹਨਾਂ ਨੇ ਆਈ ਜਾਣਾ ਜੀ। ਜਿਵੇਂ ਜਿਵੇਂ ਕਾਲਜਸ ਜਿਹੜੇ ਹੈਗੇ ਉਹ ਆਪਣੇ ਕੋਵਿਡ ਰੈਡੀਨੈਸੀ ਪ੍ਰੋਗਰਾਮ ਦੇ ਅੰਡਰ ਆ ਰਹੇ ਹੈਗੇ, ਉਹ ਸਾਰੇ ਸਟੂਡੈਂਟਸ ਉਹਦੇ ਅੰਡਰ ਆਈ ਜਾਣਗੇ, ਵਰਕਰਸ ਵੀ ਆਈ ਜਾਣਗੇ। ਪਰ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਲਿਆਉਣ ਦਾ ਜਿਹੜਾ 12 ਲੱਖ ਦਾ ਕੋਟਾ ਹੈਗਾ ਜੀ, ਉਹ ਸੋ ਫਾਰ
ਅਨਅਚੀਵੇਬਲ ਲੱਗਦਾ ਹੈ ਕਿ ਅਚੀਵ ਨਹੀਂ ਹੋਣਾਗਾ। ਪਰ ਇਹਨਾਂ ਨੂੰ ਇਹ ਹੈਗਾ ਕਿ ਜਿਹੜਾ ਅੰਦਰ ਬੈਠਾ ਹੈ ਕੈਨੇਡਾ ਦੇ ਵਿੱਚ ਵਰਕਰਸ ਬੈਠੇ ਆ, ਬਹੁਤ ਸਾਰੇ ਸਟੂਡੈਂਟਸ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਸੀਗੇ, ਸੋ ਉਹਨਾਂ ਤੋਂ ਇਹਨਾਂ ਨੂੰ ਕਾਸ ਦਿਖਦੀ ਹੈ ਕਿ ਸ਼ਾਇਦ ਇਹ 5-6 ਲੱਖ ਜਿਹੜਾ ਬੰਦਾ ਹੈਗਾ ਅਸੀਂ ਅੰਦਰੋਂ ਪੂਰਾ ਕਰ ਸਕਦੇ ਹਾਂ। ਐਂਡ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਸਾਰਿਆਂ ਨੂੰ PR ਦੇ ਦੇਣੀ ਹੈ। ਸੋ ਜਿੰਨਾ ਵੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਐਕਸਪੀਰੀਅੰਸ ਕਲਾਸ ਦੇ ਡਰਾਜ਼ ਆਉਣਗੇ, ਉਹਨਾਂ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਤੁਸੀਂ ਆਪਣੇ ਪ੍ਰੋਫਾਈਲ ਬਣਾ ਕੇ ਰੱਖੋ, ਜਿਵੇਂ ਬਹੁਤ ਸਾਰੇ ਮਿਸ ਕਰ ਗਏ ਹੁਣ। ਤੇ ਜਿਨ੍ਹਾਂ ਦਾ ਵੀ ਆਇਲਸ ਦਾ ਟੈਸਟ ਪਾਸ ਨਹੀਂ ਕੀਤਾ ਉਹ ਟੈਸਟ ਪਾਸ ਕਰ ਲੈਣ, ਜਿਨ੍ਹਾਂ ਨੇ ਆਪਣੀ ਡਿਗਰੀਜ਼ ਇਵੈਲੂਏਟ ਨਹੀਂ ਕਰਵਾਈਆਂ ਉਹ ਡਿਗਰੀਜ਼ ਇਵੈਲੂਏਟ ਕਰਾ ਲੈਣ, ਜਿਨ੍ਹਾਂ ਨੇ ਵੀ ਹੁਣ ਹਜੇ ਤੱਕ ਪ੍ਰੋਫਾਈਲ ਨਹੀਂ ਬਣਾਇਆ ਜ਼ਰੂਰ ਪ੍ਰੋਫਾਈਲ ਬਣਾ ਲੈਣ, ਕਿਉਂਕਿ ਲੱਗਦਾ ਹੈ ਕਿ 2 ਵੀਕਾਂ ਤੱਕ ਇੱਕ ਇਵੇਂ ਦਾ ਹੀ ਡਰਾ ਹੋ ਆਊਗਾ ਜੀ। ਜਿਵੇਂ ਤੁਸੀਂ ਕਿਹਾ ਕਿ ਲੱਗਦਾ ਕਿ ਆਊਗਾ, ਹੁਣ ਪ੍ਰੋਫਾਈਲ ਬਣਾਉਣਾ ਬਹੁਤ ਸਾਰਿਆਂ ਨੂੰ ਇਹਦੇ ਵਿੱਚ ਵੀ ਬਹੁਤ ਸਾਰੀਆਂ ਕਨਫਿਊਜ਼ਨਸ ਹੈਗੀਆਂ ਨੇ ਵੀ ਕਿੰਨਾ ਦੇ ਡਰਾ ਆਏ ਆ, ਕਿੰਨਾ ਦੇ ਨਹੀਂ ਆਏ, ਕਿਹੜੇ ਕਿਹੜੇ ਕੈਟਾਗਰੀਜ਼ ਦੇ ਆਏ ਆ ਡਰਾ, ਕਿਹੜੀ ਕਿਹੜੀ ਦੇ ਨਹੀਂ। ਸੋ ਇਸ ਪ੍ਰੋਗਰਾਮ ਦੇ ਵਿੱਚ ਕਿਹੜੀ ਕਿਹੜੀ ਕੈਟਾਗਰੀ ਜਿਹੜੀ ਉਹਨਾਂ ਨੇ ਕੈਟਰ ਕੀਤੀ ਹੈ? ਐਕਸਪੀਰੀਅੰਸ ਕਲਾਸ ਜਿਹੜੀ ਮੇਜਰ ਹੈ ਜੀ, ਐਕਸਪੀਰੀਅੰਸ ਕਲਾਸ ਦੇ ਵਿੱਚ ਐਕਸਪ੍ਰੈਸ ਐਂਟਰੀ ਦਾ ਐਕਸਪੀਰੀਅੰਸ ਕਲਾਸ ਕੈਟਾਗਰੀ ਜਿਹੜਾ ਪ੍ਰੋਗਰਾਮ ਉਹ ਵਿੱਚ ਸਿਰਫ ਉਹੀ ਐਲੀਜੀਬਲ ਹੋ ਸਕਦਾ ਜਿਹੜੇ ਕੈਨੇਡਾ ਦੇ ਵਿੱਚ ਘੱਟੋ ਘੱਟ 1 ਸਾਲ ਕੰਮ ਕਰ ਚੁੱਕੇ ਆ। ਸੋ ਫਰਦਰ ਇਹਦੀਆਂ ਕੈਟਾਗਰੀਜ਼ ਹਜੇ ਹੋਰ ਹੈਗੀਆਂ ਜੀ, ਜਿਵੇਂ ਫੈਡਰਲ ਸਕਿਲਡ ਕਲਾਸ ਹੈਗੀ ਆ, ਉਹ ਵੀ ਐਕਸਪ੍ਰੈਸ ਐਂਟਰੀ ਦੇ ਅੰਡਰ ਆਉਂਦੀ ਹੈ, ਪਰ ਉਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਉਹ ਜ਼ਿਆਦਾ ਬਾਹਰੋਂ ਸਿਲੈਕਟ ਕੀਤੇ ਜਾਂਦੇ ਆ, ਆਊਟ ਆਫ ਕੈਨੇਡਾ ਜੀ। ਤੇ ਇੱਕ ਪ੍ਰੋਗਰਾਮ ਹੋਰ ਹੈਗਾ ਜਿਹੜਾ ਫੈਡਰਲ ਸਕਿਲਡ ਟ੍ਰੇਡ ਦਾ। ਹੁਣ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਜਿਹੜਾ ਨੈਕਸਟ ਜਿਹੜਾ ਇਹਨਾਂ ਨੇ ਪੂਲ ਕੱਢਣਾ ਹੈਗਾ ਜੀ, ਉਹ ਫੈਡਰਲ ਸਕਿਲਡ ਟ੍ਰੇਡ ਦਾ ਹੋਊਗਾ ਜੀ। ਫੈਡਰਲ ਸਕਿਲਡ ਟ੍ਰੇਡ ਦੇ ਵਿੱਚ ਸਾਰੇ ਉਹ ਵਰਕਰਸ ਆਉਂਦੇ ਆ ਜਿਹੜੇ ਹੱਥੀਂ ਕੰਮ ਕਰਨ ਵਾਲੇ ਕੰਮ ਆ, ਜਿਨ੍ਹਾਂ ਦੇ ਵਿੱਚ ਪਲੰਬਰ, ਇਲੈਕਟ੍ਰੀਸ਼ੀਅਨ, ਕਾਰਪੇਂਟਰ, ਪਾਈਪ ਫਿਟਰ, ਕੁੱਕ, ਸ਼ੈਫ, ਇਸ ਤਰ੍ਹਾਂ ਦੇ ਸਾਰੇ ਵੀ ਜਿਹੜੇ ਵਰਕਰਸ ਹੈਗੇ ਆ। ਸੋ ਉਹਨਾਂ ਦਾ ਹਜੇ ਨਹੀਂ ਆਇਆ ਜੀ, ਆਲਮੋਸਟ ਸਾਲ ਹੀ ਹੋਣ ਵਾਲਾ ਜੀ। ਪਿਛਲੇ ਲਾਸਟ ਈਅਰ ਮਈ ਦੇ ਵਿੱਚ ਜਿਹੜਾ ਹੈਗਾ ਉਹ ਆਇਆ ਸੀਗਾ ਉਹਨਾਂ ਦਾ ਪੂਲ, ਐਂਡ ਇਸ ਸਾਲ ਹਜੇ ਨਵਾਂ ਨਹੀਂ ਆਇਆਗਾ। ਸੋ ਜਦੋਂ ਹੀ ਉਹ ਪੂਲ ਆਊਗਾ ਜੀ, ਮੈਨੂੰ ਲੱਗਦਾ ਕਿ ਉਹਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਆ ਜਾਣਗੇ, ਕਿਉਂਕਿ ਉਹਦੇ 'ਚ ਜ਼ਿਆਦਾ ਲੋਕ ਉਹ ਨੇ ਜਿਹੜੇ ਸਿਰਫ ਗ੍ਰੇਡ 12 ਪਾਸ ਕੀਤਾ ਹੈ, ਜਾਂ ਜਿਨ੍ਹਾਂ ਨੇ ITI ਦਾ ਡਿਪਲੋਮਾ ਕੀਤਾ ਸੀ, ਜਾਂ ਆਰਟਸ ਤੋਂ ਜਿਹੜੇ 5 ਬੈਂਡ ਹੀ ਲੈ ਸਕਦੇ ਆ ਜੀ, ਉਹੀ ਜਿਹੜੇ ਹੈਗੇ ਐਲੀਜੀਬਲ ਹੋ ਸਕਦੇ ਆ। ਐਕਸਪੀਰੀਅੰਸ ਕਲਾਸ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਇਹਦੇ 'ਚ ਲੋਕ ਰਹਿ ਵੀ ਗਏ ਆ ਜੀ, ਜਿਨ੍ਹਾਂ ਕੋਲੇ ਘੱਟੋ ਘੱਟ 1-1 ਸਾਲ ਦਾ ਐਕਸਪੀਰੀਅੰਸ ਸੀਗਾ, 2-2 ਸਾਲ ਦਾ ਐਕਸਪੀਰੀਅੰਸ ਸੀ, ਉਹ ਰਹਿ ਗਏ ਆ। ਉਹਨਾਂ ਦਾ ਕਾਰਨ ਇਹ ਕਿ ਉਹਨਾਂ ਕੋਲੇ ਮੈਨੇਜਰ ਲੈਵਲ ਦੀਆਂ ਜੌਬ ਸੀਗੀਆਂ। ਮੈਨੇਜਰ ਲੈਵਲ ਦੀ ਜਿਹੜੀ ਜੌਬ ਹੈਗੀ ਉਹਦੇ 'ਚ 1 ਸਾਲ ਦੇ ਐਕਸਪੀਰੀਅੰਸ ਦੇ ਨਾਲ 6 ਬੈਂਡ ਈਚ ਚਾਹੀਦੇ ਆ ਜੀ, ਸੋ ਜਿਹੜੇ ਉਹ ਨਹੀਂ ਲੈ ਸਕੇ ਸੀ। ਸੋ ਮੈਂ ਹੁਣ ਇੱਥੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਜੇ ਤੁਹਾਡੇ ਕੋਲੇ ਮੈਨੇਜਰ ਲੈਵਲ ਦੀ ਜੌਬ ਹੈਗੀ ਆ ਤਾਂ ਤੁਹਾਡਾ 6 ਬੈਂਡ ਲਈ ਬਣਾ ਨਹੀਂ ਸਰਨਾ, ਸੋ ਤੁਹਾਨੂੰ 6 ਬੈਂਡ ਲੈ ਲੈਣੇ ਚਾਹੀਦੇ ਆ, ਤਾਂ ਹੀ ਤੁਸੀਂ ਐਕਸਪੀਰੀਅੰਸ ਕਲਾਸ ਦੇ ਵਿੱਚ ਐਲੀਜੀਬਲ ਹੋ ਸਕਦੇ ਆ ਜੀ। ਸੋ 6 ਬੈਂਡ ਵਾਲੇ ਜਿਹੜੇ ਨਹੀਂ ਲੈ ਸਕੇ ਉਹ ਲੈ ਲੈਣ, ਤਾਂ ਕਿ ਉਹ ਐਕਸਪੀਰੀਅੰਸ ਕਲਾਸ ਦੇ ਵਿੱਚ ਐਲੀਜੀਬਲ ਹੋ ਸਕਣ। ਹੁਣ ਐਕਸਪੀਰੀਅੰਸ ਕਲਾਸ PNP ਦੇ ਵਿੱਚ ਵੀ ਹੁੰਦੀ ਹੈ? ਐਕਸਪੀਰੀਅੰਸ ਕਲਾਸ PNP 'ਚ ਨਹੀਂ ਹੁੰਦੀ ਜੀ। PNP ਜਿਹੜੇ ਪ੍ਰੋਗਰਾਮ ਆ ਉਹ ਟੋਟਲੀ ਡਿਫਰੈਂਟ ਪ੍ਰੋਗਰਾਮ ਹੁੰਦੇ ਆ। ਪ੍ਰੋਵਿੰਸ ਜਿਹੜੀ ਹੈਗੀ ਉਹ ਆਪਣੇ ਪ੍ਰੋਗਰਾਮਸ ਆਪ ਰਨ ਕਰਦੀ ਹੈ ਜੀ। ਇਹ ਪ੍ਰੋਵਿੰਸ਼ੀਅਲ ਤਾਂ ਹੀ ਦੇ ਨਾਲ ਜੁੜਦਾ ਹੈ ਕਿ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਹੁੰਦੇ ਆ, ਬਟ ਉਹਨਾਂ ਦਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਆਪਣਾ ਜ਼ਰੂਰ ਹੁੰਦਾ ਹੈ। ਐਕਸਪ੍ਰੈਸ ਐਂਟਰੀ ਦੇ ਵਿੱਚ 2 ਗਰੁੱਪਸ ਦੇ ਥਰੂ ਜਿਹੜੀ ਐਪਲੀਕੇਸ਼ਨਸ ਲਈਆਂ ਜਾਂਦੀਆਂ, 2 ਕੈਟਾਗਰੀਜ਼ ਦੇ ਵਿੱਚ, ਇੱਕ ਐਕਸਪੀਰੀਅੰਸ ਕਲਾਸ PNP, ਇੱਕ ਨਾਰਮਲ ਜਿਹੜੀ PNP ਪਹਿਲਾਂ ਚੱਲਦੀ ਆਉਂਦੀ ਹੈ। ਸੋ ਐਕਸਪੀਰੀਅੰਸ ਕਲਾਸ ਦੇ ਵਿੱਚ ਸਿਰਫ ਉਹੀ ਅਪਲਾਈ ਕਰ ਸਕਦਾ ਹੈ ਜਿਹਦਾ ਫੈਡਰਲ ਐਕਸਪੀਰੀਅੰਸ ਕਲਾਸ ਦੇ ਵਿੱਚ ਪ੍ਰੋਫਾਈਲ ਬਣਦਾ ਹੈ, ਜਿਹਦੇ 67 ਪੁਆਇੰਟਸ ਬਣਦੇ ਆ। ਸੋ ਉਹਦੇ ਵਿੱਚ ਕਈ ਫੈਕਟਰਸ ਹੁੰਦੇ ਆ ਜੀ, ਜਿਵੇਂ ਏਜ, ਐਜੂਕੇਸ਼ਨ, ਐਕਸਪੀਰੀਅੰਸ ਤੇ ਇੰਗਲਿਸ਼ ਪ੍ਰੋਫੀਸ਼ੀਐਂਸੀ। ਸੋ ਜੇਕਰ ਤੁਸੀਂ ਇਹ 3-4 ਜਿਹੜੇ ਫੈਕਟਰਸ ਹੈਗੇ ਆ ਫੈਡਰਲ ਕਲਾਸ ਦੇ ਵਿੱਚ ਮੀਟ ਕਰਦੇ ਆ, ਤਾਂ ਹੀ ਤੁਸੀਂ ਪ੍ਰੋਵਿੰਸ਼ੀਅਲ ਜਿਹੜੀ PNP ਉਹਦੇ 'ਚ ਆਪਣਾ ਪ੍ਰੋਫਾਈਲ ਬਣਾ ਸਕਦੇ ਆ। ਸੋ ਜਿਹੜਾ ਬੰਦਾ ਫੈਡਰਲ ਦੇ ਵਿੱਚ ਪ੍ਰੋਫਾਈਲ ਬਣਾ ਸਕਦਾ ਆ, ਤੇ ਜੇ ਉਹਦੀ PNP ਕਲੀਅਰ ਹੋ ਜਾਂਦੀ ਆ ਤਾਂ ਉਹਨੂੰ ਉਹਦੇ ਇਕੱਠੇ ਹੀ 600 ਪੁਆਇੰਟਸ ਮਿਲਦੇ ਆ ਜੀ। ਸੋ ਜਿਹੜੇ ਉਹ 600 ਪੁਆਇੰਟਸ ਹੈਗੇ ਆ ਉਹਨਾਂ ਦੇ ਥਰੂ ਉਹ ਫੈਡਰਲ ਪੂਲ ਦੇ ਵਿੱਚ ਆ ਜਾਂਦਾ ਜੀ। ਸੋ ਉਹ 100% ਉਹਦਾ ਸ਼ੋਰ ਹੋ ਜਾਂਦਾ ਹੈ ਕਿ ਉਹਦੀ ਫੈਡਰਲ ਐਕਸਪ੍ਰੈਸ ਐਂਟਰੀ ਕਲਾਸ ਦੇ ਵਿੱਚ ਐਪਲੀਕੇਸ਼ਨ ਐਕਸੈਪਟ ਹੋ ਜੂਗੀ, ਕਿਉਂਕਿ 600 ਪੁਆਇੰਟਸ ਇਕੱਲੇ PNP ਦੇ ਹੁੰਦੇ ਆ। ਬਾਕੀ ਜੇਕਰ ਤੁਹਾਡੇ 200 ਪੁਆਇੰਟ ਵੀ ਬਣਦੇ ਆ ਤਾਂ ਤੁਸੀਂ 800 ਦਾ ਮਾਰਕ ਆ ਉਹ ਪੂਰਾ ਕਰ ਲੈਂਦੇ ਆ। ਸੋ ਉਹ ਇੱਕ ਵੱਖਰਾ ਪ੍ਰੋਗਰਾਮ ਆ ਜਿਹੜਾ BCPNP ਦਾ ਪ੍ਰੋਗਰਾਮ ਹੈਗਾ ਜੀ। BCPNP ਦੇ ਅੰਡਰ ਵੀ ਹੁਣ 2 ਡਰਾ ਜਿਹੜੇ ਕੱਢੇ ਗਏ ਹੈਗੇ ਆ, 494 ਲੋਕਾਂ ਨੂੰ ਇਨਵੀਟੇਸ਼ਨ ਗਏ ਹੈਗੇ। ਹਾਂਜੀ, ਹੁਣ ਪ੍ਰੋਵਿੰਸਸ ਵੀ ਜਿਹੜੀਆਂ ਐਕਟਿਵ ਹੋਈਆਂ ਜੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਫੈਡਰਲ ਜਿਹੜੇ ਪ੍ਰੋਗਰਾਮਸ ਆ ਉਹ ਸਾਰੇ ਸਟੂਡੈਂਟਸ ਨੂੰ ਖਿੱਚ ਕੇ ਲੈ ਜਾਣਗੇ। ਜਿਵੇਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਾਨੂੰ ਸਟੂਡੈਂਟਸ ਦੀਆਂ ਕਾਲਸ ਆਈਆਂ ਜੀ ਕਿ ਅਸੀਂ ਪ੍ਰੋਵਿੰਸ ਮੂਵ ਕਰ ਜਾਣੀ ਆ, ਕਰ ਵੀ ਗਏ ਜੀ ਬਹੁਤ, ਬਿਲਕੁਲ, ਕਿਉਂਕਿ ਐਕਸਕਲੂਡ ਕਰ ਦਿੱਤੀਆਂ ਬਹੁਤ ਸਾਰੀਆਂ ਕੈਟਾਗਰੀਜ਼ ਜਿਹੜੀਆਂ ਜਿਵੇਂ ਰੈਸਟੋਰੈਂਟ ਇੰਡਸਟਰੀ ਸੀਗੀਆਂ ਜੀ, ਜਾਂ ਆਫਿਸ ਦੇ ਨਾਲ ਰਿਲੇਟਡ ਕੁਝ ਜੌਬ, ਜਿਵੇਂ ਆਫਿਸ ਐਡਮਿਨ, ਆਫਿਸ ਅਸਿਸਟੈਂਟ ਸੀਗੀਆਂ ਜੌਬ ਸੀਗੀਆਂ, ਬੁੱਕਕੀਪਰ ਵਗੈਰਾ ਸੀਗੇ, ਉਹ ਸਾਰੇ ਐਕਸਕਲੂਡ ਕੀਤੇ ਹੋਏ ਸੀਗੇ ਜੀ।
ਸੋ ਹੁਣ ਉਹਨਾਂ ਨੇ ਜਿਹੜੇ ਉਹ ਪੂਲ ਦੇ ਵਿੱਚ ਦੁਬਾਰਾ ਲੈ ਜਾਂਦੇ ਆ ਜੀ ਉਹ ਸਾਰੀਆਂ ਕੈਟਾਗਰੀਜ਼। ਸੋ ਹੁਣ ਉਹਨਾਂ ਨੇ ਐਪਲੀਕੇਸ਼ਨਸ ਲੈਣੀਆਂ ਸਟਾਰਟ ਕਰਤੀਆਂ। ਕੋਈ ਪ੍ਰੋਵਿੰਸ ਐਕਟਿਵਲੀ ਜੇ ਇਨਵੋਲਵ ਨਹੀਂ ਹੋਊਗੀ ਤਾਂ ਜਿਹੜੇ ਸਟੂਡੈਂਟਸ ਹੈਗੇ ਜਿਹੜੇ ਕਿ ਯੰਗ ਇਮੀਗ੍ਰੈਂਟਸ ਆ ਜਿਹੜੇ ਚਾਹੀਦੇ ਆ ਪ੍ਰੋਵਿੰਸਿਸ ਨੂੰ, ਸੋ ਉਹ ਹੋਰ ਸਟੇਟਾਂ 'ਚ ਮੂਵ ਨਹੀਂ ਹੋਣਗੇ। ਸੋ ਸਾਰੀਆਂ ਸਟੇਟਸ ਨੂੰ ਹੁਣ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਸਾਰੀਆਂ ਪ੍ਰੋਵਿੰਸਿਸ ਜਿਹੜੀਆਂ ਹੈਗੀਆਂ ਉਹ ਐਕਟਿਵਲੀ BC ਜਾਂ ਜਿਹੜੇ ਸਸਕੈਚੁਅਨ, ਅਲਬਰਟਾ, ਮੈਨੀਟੋਬਾ ਜਾਂ ਜਿਹੜੀਆਂ ਆਪਣੀਆਂ ਈਸਟਰਨ ਪ੍ਰੋਵਿੰਸਿਸ ਹੈਗੀਆਂ ਆ ਉਹ ਸਾਰੀਆਂ ਐਕਟਿਵਲੀ ਆਪਣੇ ਜਿਹੜੇ ਆ ਪੂਲ ਜਿਹੜੇ ਹੈਗੀਆਂ ਉਹਦੇ 'ਚ ਵੱਧ ਤੋਂ ਵੱਧ ਕੋਸ਼ਿਸ਼ ਕਰਨਗੀਆਂ ਕਿ ਪੁਆਇੰਟਸ ਜਿਹੜੇ ਡਾਊਨ ਕੀਤੇ ਜਾਣ ਤਾਂ ਕਿ ਉਹਨਾਂ ਦੇ ਵਿੱਚ ਵੀ ਜਿਹੜੇ ਸਟੂਡੈਂਟਸ ਹੈਗੇ ਉਹ ਆ ਜਾਣ ਜਾਂ ਜਿਹੜੇ ਵਰਕਰਸ ਆ ਉਹ ਆ ਜਾਣ ਤਾਂ ਕਿ ਉਹ ਫੈਡਰਲੀ ਇੱਧਰ ਉੱਧਰ ਮੂਵ ਨਾ ਹੋ ਸਕਣ। ਜਿਵੇਂ ਤੁਸੀਂ ਮਿਸਟਰ ਸਿੱਧੂ ਮੈਂਸ਼ਨ ਕੀਤਾ ਕਿ ਉਹ ਪੂਲ ਦੇ ਵਿੱਚ ਦੁਬਾਰਾ ਇਨਕਲੂਡ ਕਰ ਲਈ ਗਈਆਂ, ਜਿਹੜੇ BC ਦੇ ਵਿੱਚ ਲੋਕ ਵੇਟ ਕਰ ਰਹੇ ਸੀ ਕਿ ਹੋਟਲ ਦੀਆਂ ਨੌਕਸ ਸੀਗੀਆਂ ਉਹ ਸਾਰੀਆਂ ਇਨਕਲੂਡ ਕਰ ਲਈਆਂ। ਹਾਂਜੀ, ਫੂਡ ਇੰਡਸਟਰੀ ਦੀਆਂ ਜਿਹੜੀਆਂ ਸੀਗੀਆਂ ਜੀ ਜਾਂ ਆਫਿਸ ਰਿਲੇਟਡ ਦੀਆਂ ਜੌਬ ਸੀਗੀਆਂ ਜਾਂ ਜਿਵੇਂ ਫੂਡ ਸਰਵਿਸ ਸੁਪਰਵਾਈਜ਼ਰ ਹੋਇਆ, ਕਿਚਨ ਹੈਲਪਰ, ਫੂਡ ਕਾਊਂਟਰ ਅਟੈਂਡੈਂਟ ਇਹ ਬਾਹਰ ਕੱਢੇ ਹੋਏ ਸੀ ਕਿਉਂਕਿ ਜਿਹੜਾ ਕੋਵਿਡ ਦਾ ਸਮਾਂ ਚੱਲਿਆ ਜੀ ਉਹਦੇ ਵਿੱਚ ਇਹਨਾਂ ਨੂੰ ਕਾਫੀ ਹਿੱਟ ਹਾਰਡ ਹੋਏ ਸੀ ਬਿਜ਼ਨਸਿਸ ਰਹੇ ਐਂਡ ਬੰਦ ਰਹੇ ਜੀ ਰੈਸਟੋਰੈਂਟਸ। ਸੋ ਉਹਨਾਂ ਨੇ ਉਹਦੇ ਕਰਕੇ ਉਹ ਜਿੰਨੇ ਵੀ ਨੌਕ ਕੋਡ ਸੀਗੇ ਉਹ ਬਾਹਰ ਕੱਢੇ ਹੋਏ ਸੀਗੇ। ਸੋ ਹੁਣ ਇਹਨਾਂ ਨੇ ਦੁਬਾਰਾ ਲੈ ਲਏ ਆ ਜੀ ਉਹ ਵਿੱਚ। ਫਿਰ ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਹੈਗੀ ਆ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਮੂਵ ਕਰ ਜਾਈਏ ਜਾਂ ਸਾਡਾ ਪਹਿਲਾਂ ਤੋਂ ਐਕਸਪੀਰੀਅੰਸ ਆ ਹੁਣ ਅਸੀਂ ਕੀ ਕਰੀਏ, ਬਹੁਤ ਟਾਈਮ ਤੋਂ ਜਿਹੜੇ ਵੇਟ ਕਰ ਰਹੇ ਸੀ। ਇਹਦੇ ਵਿੱਚ ਜਿਹੜੀ ਰੈਸਟੋਰੈਂਟ ਇੰਡਸਟਰੀ ਹੈ ਜੀ ਮੈਂ ਮੈਂਸ਼ਨ ਕਰਨਾ ਚਾਹੁੰਦਾ ਕਿ ਉਹ ਬਹੁਤ ਵੱਡੀ ਲੌਬੀ ਜਿਹੜੀ ਹੈਗੀ ਕਰਦੀ ਹੈ ਗਵਰਨਮੈਂਟ ਦੇ ਅਗੇਂਸਟ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਇਮੀਗ੍ਰੈਂਟਸ ਹੈਗੇ ਉਹੀ ਜ਼ਿਆਦਾ ਰੈਸਟੋਰੈਂਟਸ ਦੇ ਵਿੱਚ ਕੰਮ ਕਰਦੇ ਆ ਜੀ ਜਾਂ ਫੂਡ ਸਪੈਸ਼ਲੀ ਜਿਹੜੀਆਂ ਕੈਟਾਗਰੀ C ਦੀਆਂ ਜੌਬਸ ਹੁੰਦੀਆਂ, ਫੂਡ ਕਾਊਂਟਰ ਅਟੈਂਡੈਂਟਸ ਹੁੰਦੇ ਆ, ਕਿਚਨ ਹੈਲਪਰਸ ਹੁੰਦੇ ਆ। ਸੋ ਆਪਾਂ ਜਿੰਨੇ ਵੀ ਟਿਮ ਹਾਰਟਨਸ ਜਾਂ ਮੈਕਡੋਨਲਡਸ ਤੇ ਦੇਖਦੇ ਆ ਸਾਰੇ ਇਮੀਗ੍ਰੈਂਟਸ ਹੀ ਕੰਮ ਕਰਦੇ ਹੁੰਦੇ ਆ। ਸੋ ਜੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਇਹਨਾਂ ਲਈ PR ਦਾ ਕੋਈ ਰਸਤਾ ਨਾ ਖੋਲਿਆ ਗਿਆ, ਇੱਕ BC PNP ਇੱਕ ਐਵੇਂ ਦਾ ਪ੍ਰੋਗਰਾਮ ਹੈ ਜਾਂ ਪ੍ਰੋਵਿੰਸ਼ੀਅਲ ਪ੍ਰੋਗਰਾਮ ਹੀ ਐਵੇਂ ਦੇ ਇੱਕ ਪ੍ਰੋਗਰਾਮ ਦਾ ਜਿਨ੍ਹਾਂ ਦੇ ਵਿੱਚ ਉਹ ਐਲੀਜੀਬਲ ਹੋ ਸਕਦੇ ਆ। ਫੈਡਰਲ ਦੇ ਵਿੱਚ ਕੈਟਾਗਰੀ C ਵਾਲਾ ਹਜੇ ਤੱਕ ਕੋਈ ਵੀ ਫਾਈਲ ਨਹੀਂ ਪਾ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਐਕਸਪੀਰੀਅੰਸ ਕਲਾਸ ਦੇ ਵਿੱਚ ਕੋਈ ਵੀ ਕੈਟਾਗਰੀ C ਵਾਲੀ ਜੌਬ ਨਹੀਂ ਹੈਗੀ। B, A ਤੇ O ਕੈਟਾਗਰੀਆਂ ਦੀਆਂ ਜੌਬਸ ਹੈਗੀਆਂ ਉਹੀ ਜਾ ਸਕਦੇ ਆ। ਸੋ ਉਹਨਾਂ ਲਈ ਕੋਈ ਰਸਤਾ ਬਣਦਾ ਨਹੀਂ ਸੀਗਾ, ਸਿਰਫ ਤੇ ਸਿਰਫ ਇਹੀ ਰਸਤਾ ਸੀਗਾ ਪ੍ਰੋਵਿੰਸ਼ੀਅਲ ਪ੍ਰੋਗਰਾਮ ਦੇ ਰਾਹੀਂ। ਸੋ ਉਹਨਾਂ ਨੇ ਵੀ ਪ੍ਰੈਸ਼ਰ ਪਾਇਆ ਜੀ ਇਹਦੇ ਵਿੱਚ ਖੋਲ੍ਹਣ ਦੇ ਲਈ। ਪ੍ਰੋਵਿੰਸ਼ੀਅਲ ਪ੍ਰੋਗਰਾਮਾਂ ਦੇ ਅੰਡਰ ਹੁਣ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ CRS ਦੇ ਅੰਡਰ ਵੀ ਅਲਬਰਟਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਦਿੱਤੀਆਂ ਗਈਆਂ 301 ਪੁਆਇੰਟ ਤੇ 301 ਲੋਕਾਂ ਨੂੰ ਗਈਆਂ ਨੇ। ਸੋ ਉਹ ਰੈਂਕਿੰਗ ਸਿਸਟਮ ਕਿਵੇਂ ਕੰਮ ਕਰਦਾ? ਉਹ ਵੀ ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਹੈ ਜੀ। ਅਲਬਰਟਾ ਨੇ ਆਪਣਾ ਪ੍ਰੋਗਰਾਮ ਰਨ ਕੀਤਾ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ BC, ਸਸਕੈਚੁਅਨ ਜਾਂ ਅਲਬਰਟਾ ਜਾਂ ਮੈਨੀਟੋਬਾ ਇਹਨਾਂ ਨੇ ਆਪੋ ਆਪਣੇ ਪ੍ਰੋਗਰਾਮ ਰਨ ਕਰਦੀਆਂ। ਸੋ ਉਹਦੇ ਵਿੱਚ ਐਕਸਪੀਰੀਅੰਸ ਕਲਾਸ ਐਂਡ ਜਿਹੜਾ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਸਪੈਸ਼ਲੀ ਉਹ ਉਹਨਾਂ ਦਾ ਆਪਣਾ ਪ੍ਰੋਗਰਾਮ ਹੈਗਾ ਜੀ। ਉਹਦੇ ਵਿੱਚ ਜਿੰਨੇ ਵੀ ਲੋਕਾਂ ਨੇ ਅਪਲਾਈ ਕੀਤਾ ਹੋਇਆ ਸੀਗਾ ਸੋ 310 ਦੇ ਮਾਰਕ ਦੇ ਉੱਪਰ ਉਹਨਾਂ ਨੂੰ ਇਨਵੀਟੇਸ਼ਨਸ ਆ ਗਈਆਂ ਜੀ। ਸੋ ਮੈਨੂੰ ਲੱਗਦਾ ਹੁਣ ਅਲਬਰਟਾ ਵੀ ਐਕਟਿਵਲੀ ਇਮੀਗ੍ਰੈਂਟਸ ਨੂੰ ਖਿੱਚੂਗਾ ਜੀ, ਅਟਰੈਕਟ ਕਰੂਗਾ ਕਿਉਂਕਿ ਇਮੀਗ੍ਰੇਸ਼ਨ ਮੇਜਰ ਫੈਕਟਰ ਹੁੰਦਾ ਜੀ ਇਕਨੋਮੀ ਦੇ ਲਈ। ਬਿਲਕੁਲ ਕਿਉਂਕਿ ਪਿਛੇ ਜੇ ਉਹਨਾਂ ਨੇ ਜਿਹੜੇ ਸੀਗੇ ਵਰਕਰ ਜਿਹੜੇ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਲੱਗਦਾ ਸਾਰੇ ਐਕਟਿਵਲੀ ਵਰਕ ਕਰਨ ਲੱਗ ਗਏ ਇਮੀਗ੍ਰੇਸ਼ਨ ਦੇ ਉੱਤੇ ਕਰਨ ਲੱਗ ਗਏ ਜੀ ਹੁਣ। ਸੋ ਇਹਦੇ ਨਾਲ ਕੀ ਹੈ ਕਿ ਸਾਰਿਆਂ ਨੂੰ ਫਾਇਦਾ ਹੋ ਜਾਣਾ ਜੀ। ਜਿਹੜੇ ਵਰਕਰਸ ਇੱਥੇ ਬੈਠੇ ਸੀਗੇ ਜਿਨ੍ਹਾਂ ਨੂੰ ਆਸ ਨਹੀਂ ਦਿਖਦੀ ਸੀਗੀ ਕਿ ਸ਼ਾਇਦ ਕੀ ਬਣੂਗਾ, ਬਹੁਤ ਸਾਰੇ ਲੋਕ ਐਵੇਂ ਦੇ ਸੀਗੇ ਜੀ ਜਿਨ੍ਹਾਂ ਦੇ ਵਰਕ ਪਰਮਿਟਸ ਐਕਸਪਾਇਰ ਹੋਇਆ ਨੂੰ 1-1 ਸਾਲ ਹੋ ਗਿਆ ਸੀ ਜੀ। ਸੋ ਸਟੂਡੈਂਟਸ ਲਈ ਤਾਂ ਪਿਛਲੇ 2 ਵੀਕ ਪਹਿਲਾਂ ਗਿਫਟ ਮਿਲਿਆ ਜੀ ਉਹਨਾਂ ਨੂੰ 18 ਮਹੀਨਿਆਂ ਦਾ ਹੋਰ ਜਿਹੜਾ ਵੈਲੈਂਟਾਈਨ ਡੇ ਗਿਫਟ ਸੀਗਾ ਸੀ ਉਹਨੂੰ ਵੈਲੈਂਟਾਈਨ ਡੇ ਗਿਫਟ ਕਰਦੇ ਆ। ਹਾਂਜੀ ਕਿ ਜਿਹੜੇ ਕੰਮ ਨਹੀਂ ਕਰ ਸਕੇ ਸੀਗੇ ਕਿਉਂਕਿ ਲੋੜੀਂਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਜੀ ਤੁਹਾਨੂੰ ਐਪਲੀਕੇਸ਼ਨ ਅਪਲਾਈ ਕਰਨ ਦੇ ਲਈ ਤੇ ਉਹ ਲੈ ਨਹੀਂ ਪਾਏ ਸੀਗੇ ਐਕਸਪੀਰੀਅੰਸ ਤੇ ਗਵਰਨਮੈਂਟ ਨੇ ਉਹਨਾਂ ਲਈ 18 ਮਹੀਨਿਆਂ ਦਾ ਜਿਹੜਾ ਹੋਰ ਵਰਕ ਪਰਮਿਟ ਜਿਹੜਾ ਕਿ ਮੈਨੂੰ ਲੱਗਦਾ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਜੀ ਕਿਉਂਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਿਰਫ ਇੱਕ ਵਾਰੀ ਮਿਲਦਾ ਜੀ। ਉਹ ਲਾਈਫ ਟਾਈਮ ਵਨ ਅਪਰਚੂਨਿਟੀ ਹੁੰਦੀ ਹੈ ਸਟੂਡੈਂਟ ਲਈ। ਪਰ ਇਹਨਾਂ ਨੇ ਦੁਬਾਰਾ ਜਿਹੜਾ ਹੈਗਾ ਜਿਨ੍ਹਾਂ ਦਾ ਪੂਰਾ ਹੁੰਦਾ ਹੈ ਜਾਂ ਮਾਰਚ ਤੱਕ ਉਹਨਾਂ ਦਾ ਪੂਰਾ ਹੋਣਾ, ਜੁਲਾਈ ਤੱਕ ਉਹ ਨਵਾਂ ਵਰਕ ਪਰਮਿਟ ਜਿਹੜਾ ਹੈਗਾ ਉਹ ਆਪਣਾ ਪਾ ਸਕਦੇ ਆ। 18 ਮਹੀਨਿਆਂ ਦਾ ਹੋਰ ਮਿਲੂਗਾ ਜੀ ਉਹਨਾਂ ਨੂੰ। ਸੋ 55,000 ਸਟੂਡੈਂਟ ਹੈ ਜੀ। ਸੋ ਗਵਰਨਮੈਂਟ ਦਾ ਸਿੱਧਾ ਜਿਹੜਾ ਟੀਚਾ ਆ ਕਿ ਉਹ ਨਾ ਜਾਣ ਇੱਥੋਂ ਤੇ ਉਹ ਕੰਮ ਕਰਕੇ ਜਿਹੜਾ ਲੋੜੀਂਦਾ ਐਕਸਪੀਰੀਅੰਸ ਆਪਣਾ ਲੈ ਲੈਣ ਤੇ ਉਹ ਵੀ ਐਲੀਜੀਬਲ ਹੋ ਸਕਣ ਐਕਸਪੀਰੀਅੰਸ ਕਲਾਸ ਦੇ ਵਿੱਚ। ਬਿਲਕੁਲ ਤੇ ਨਾਲ ਇਹ ਹਿਸਟਰੀ ਦੇ ਵਿੱਚ ਮੈਨੂੰ ਲੱਗਦਾ 2020 ਨੇ ਕੋਵਿਡ ਨੇ ਸਾਰਿਆਂ ਨੂੰ ਚੇਂਜ ਕਰ ਦਿੱਤਾ ਹੈ। ਹੁਣ ਇੰਨਾ ਟਾਈਮ ਦੇ ਲਈ ਵਿਜ਼ਿਟਰ ਨਹੀਂ ਰਹਿ ਸਕਦੇ ਸੀ, ਹੁਣ ਕਈਆਂ ਨੂੰ ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ। ਉਹ ਆਪਣੇ ਸਟੇਟਸ ਜਿਹੜੇ ਨੇ ਉਹ ਅਪਡੇਟ ਕਰਵਾ ਰਹੇ ਨੇ। ਹੁਣ ਸਟੂਡੈਂਟਸ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਜਿੱਦਾਂ ਹੁਣ PR ਦਾ ਜਿਹੜਾ ਸਕੋਰ ਹੈਗਾ ਉਹ ਇੰਨਾ ਹੇਠਾਂ ਆ ਗਿਆ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਵਰਨਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਨੇ, ਚਾਹੇ
ਪੇਰੈਂਟ ਗ੍ਰੈਂਡ ਪੇਰੈਂਟ ਦੀਆਂ ਐਪਲੀਕੇਸ਼ਨਸ ਹੋਣ ਸੋ ਉਹ ਹੁਣ ਇਸ ਸਾਲ ਸਾਰਿਆਂ ਦੀ ਨਜ਼ਰਾਂ ਨੇ ਕਿ 30,000 ਐਪਲੀਕੇਸ਼ਨਸ ਆਉਣੀਆਂ ਨੇ ਅਸੀਂ ਫਾਈਲਾਂ ਜਿਹੜੀਆਂ ਲਗਾ ਦੇਣੀਆਂ ਸੋ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਣੀਆਂ ਨੇ ਪਰ ਰਿਸਟ੍ਰਿਕਸ਼ਨਸ ਵੀ ਨਾਲ ਨਾਲ ਲੱਗ ਰਹੀਆਂ ਨੇ ਹੁਣ ਰਿਸਟ੍ਰਿਕਸ਼ਨ ਦੀ ਜੇ ਗੱਲ ਕਰੀਏ ਤਾਂ ਹੁਣ 22 ਤਰੀਕ ਤੋਂ ਜਿਵੇਂ ਮੈਂ ਮੈਂਸ਼ਨ ਕੀਤਾ ਕਿ 22 ਤਰੀਕ ਤੋਂ ਹੁਣ ਜਿਹੜੇ ਵੀ ਬਾਰਡਰ ਤੋਂ ਇੱਥੇ ਆ ਰਹੇ ਹੈਗੇ ਨੇ ਕੋਈ ਵੀ ਬਾਰਡਰ ਕ੍ਰਾਸ ਕਰਕੇ ਤੇ 16 ਤੋਂ ਜਿਹੜੇ ਲੈਂਡ ਬਾਰਡਰ ਕ੍ਰਾਸ ਕਰਕੇ ਆ ਰਹੇ ਸੀ ਉਹਨਾਂ ਨੂੰ ਜ਼ਰੂਰੀ ਕਰ ਦਿੱਤਾ ਤੇ 22 ਤਰੀਕ ਤੋਂ ਜਿਹੜੇ 에ਅਰ ਦੇ ਥਰੂ ਆ ਰਹੇ ਹੈਗੇ ਆ ਉਹਨਾਂ ਦੇ ਲਈ ਜਿਹੜੀਆਂ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਗਈਆਂ ਨੇ ਹਾਂਜੀ ਬਿਲਕੁਲ ਜੀ ਜਿਵੇਂ ਤੁਸੀਂ ਦੱਸਿਆ ਜੀ ਰਿਸਟ੍ਰਿਕਸ਼ਨਸ ਨਵੀਆਂ ਲੱਗੀ ਜਾਂਦੀਆਂ ਜੀ ਹਜੇ ਜਿਹੜੇ ਆਮ ਵਿਜ਼ਟਰਸ ਹੈਗੇ ਉਹ ਆ ਹੀ ਨਹੀਂ ਸਕਦੇ ਜੀ ਸਿਰਫ ਤੁਹਾਡੇ ਬਾਇਓਲੋਜੀਕਲ ਪੇਰੈਂਟਸ ਜਾਂ ਤੁਹਾਡੇ ਚਿਲਡਰਨ ਜਿਹੜੇ ਹੈਗੇ ਆ ਜਾਂ ਸਪਾਊਸਸ ਹੈਗੇ ਉਹੀ ਆ ਸਕਦੇ ਆ ਉਹਨਾਂ ਲਈ ਵੀ ਜਿਹੜੀਆਂ ਨਵੀਆਂ ਰਿਸਟ੍ਰਿਕਸ਼ਨਸ ਜਿਹੜੀਆਂ 22 ਤੋਂ ਤੁਸੀਂ ਦੱਸਿਆ ਜੀ ਕਿ ਜਿਵੇਂ ਹੋਟਲ ਦੇ ਵਿੱਚ ਸਟੇ ਮੈਂਡੇਟਰੀ ਕਰਤਾ 2 ਹੋਟਲ ਜਿਹੜੇ ਹੈਗੇ ਆਪਣੇ ਵੈਨਕੂਵਰ ਦੇ ਜਿਹੜੇ ਹੈਗੇ ਉਹਨਾਂ ਨੇ ਚੂਜ਼ ਕੀਤੇ ਵੈਬਸਾਈਟ ਤੋਂ ਉਹਨਾਂ ਨਾਂ ਲਏ ਜਾ ਸਕਦੇ ਹੈਗੇ ਆ ਜੀ ਸੋ ਤੁਹਾਨੂੰ ਪਹਿਲਾਂ ਰਿਜ਼ਰਵੇਸ਼ਨ ਕਰਾਉਣੀ ਪੈਣੀ ਹੈ ਜੀ ਤੇ ਤੁਹਾਡੇ ਕੋਲੇ ਜਿਹੜਾ ਕੋਵਿਡ ਦਾ ਜਿਹੜਾ ਨੈਗੇਟਿਵ ਦਾ ਟੈਸਟ ਉਹ ਹੋਣਾ ਜ਼ਰੂਰੀ ਹੈ ਤੇ ਇੱਥੇ ਵੀ ਤੁਹਾਡਾ ਟੈਸਟ ਹੋਊਗਾ ਜੀ ਔਨ ਅਰਾਈਵਲ ਤੇ ਉਹਦੇ ਲਈ $2,000 ਤੱਕ ਦਾ ਜਿਹੜਾ ਤੁਹਾਡਾ ਖਰਚਾ ਹੋ ਸਕਦਾ ਹੈ ਅਪਰੋਕਸੀਮੇਟਲੀ ਗਵਰਨਮੈਂਟ ਨੇ ਦੱਸਿਆ ਹੈ ਜਿੱਥੋਂ ਤੱਕ ਲੱਗਦਾ ਜੀ ਕਿ $1,500-1,600 ਦਾ ਖਰਚਾ ਹੋਊਗਾ ਜੀ ਸੋ ਜੇਕਰ ਕਿਸੇ ਦਾ ਨੈਗੇਟਿਵ ਆਉਂਦਾ ਤਾਂ ਬਹੁਤ ਵਧੀਆ ਗੱਲ ਆ ਉਹ 3 ਦਿਨ ਰਹਿ ਕੇ ਬੈਕ ਜਾ ਸਕਦਾ ਆਪਣੇ 14 ਦਿਨ ਦੇ ਕੁਆਰੰਟਾਈਨ ਦੇ ਲਈ ਆਪਣੇ ਰਿਲੇਟਿਵਸ ਦੇ ਕੋਲ ਬਟ ਜੇ ਉਹ ਕਿਤੇ ਅਨਫੋਰਚੂਨੇਟਲੀ ਪੋਜ਼ਿਟਿਵ ਆ ਜਾਂਦਾ ਜੀ ਤਾਂ ਉਸੇ ਹੋਟਲ ਦੇ ਵਿੱਚ ਤੁਹਾਨੂੰ 14 ਦਿਨ ਲਈ ਹੋਰ ਆਪਣੀ ਜੇਬ ਦੇ ਵਿੱਚੋਂ ਪੇ ਕਰਕੇ ਰਹਿਣਾ ਪਊਗਾ ਜੀ ਸੋ ਇੱਕ ਕਾਫੀ ਸਟ੍ਰਿਕਟ ਜਿਹੜੀ ਰਿਸਟ੍ਰਿਕਸ਼ਨ ਹੈਗੀ ਹੈ ਜੀ ਕਿਉਂਕਿ ਗਵਰਨਮੈਂਟ ਨੂੰ ਲੱਗਦਾ ਸੀਗਾ ਕਿ ਜਿਹੜੇ ਕੈਨੇਡੀਅਨਸ ਹੈਗੇ ਆ ਉਹ ਟਿਕਦੇ ਨਹੀਂ ਪਏ ਘਰੇ ਉਹ ਜ਼ਿਆਦਾ ਟਰੈਵਲ ਕਰ ਰਹੇ ਸੀ ਕੈਰੇਬੀਅਨ ਦੇ ਵਿੱਚ ਜਾਂ US ਦੇ ਵਿੱਚ ਸੋ ਉਹਨਾਂ ਨੂੰ ਘਰੋਂ ਘਰੀ ਬਿਠਾਉਣ ਦੇ ਲਈ ਇਹ ਕੀਤਾ ਗਿਆ ਕਿਉਂਕਿ ਇੱਕ ਐਕਸਟਰਾ ਜਿਹੜਾ ਤੁਹਾਡੀ ਜੇ 4 ਜਣਿਆਂ ਦੀ ਫੈਮਿਲੀ ਹੈ ਜੀ ਤਾਂ ਐਕਸਟਰਾ $4,000-5,000 ਦਾ ਖਰਚਾ ਜਿਹੜਾ ਹੈਗਾ ਜੀ ਉਹ ਹੋ ਜਾਣਾ ਆ ਸੋ ਉਹਦੇ ਕਰਕੇ ਇਹ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀਗੀਆਂ ਪਰ ਉਹਦੇ ਵਿੱਚ ਸਾਡੇ ਜਿਹੜੇ ਆਉਣ ਵਾਲੇ ਬਾਹਰੋਂ ਇਮੀਗ੍ਰੈਂਟਸ ਹੈਗੇ ਆ ਜਾਂ ਵਿਜ਼ਟਰਸ ਹੈਗੇ ਆ ਉਹ ਵੀ ਵਿੱਚ ਇਹਦੇ ਵਿੱਚ ਆ ਗਏ ਆ ਜੀ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਮਰ ਸੀਜ਼ਨ ਆ ਰਿਹਾ ਤਾਂ ਕਾਫੀ ਇਹਦੇ ਨਾਲ ਇਫੈਕਟ ਪੈਣਾ ਜੀ ਟੂਰਿਜ਼ਮ ਦੇ ਵਿੱਚ ਵੀ ਬਿਲਕੁਲ ਕਿਉਂਕਿ ਹੁਣ ਇਹ ਵੀ ਕਿਹਾ ਜਾ ਰਿਹਾ ਕਿ 30 ਤਰੀਕ ਤੱਕ ਜਿਹੜੇ ਵੀ 30 ਅਪ੍ਰੈਲ ਦੇ ਤੱਕ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਹੈਗੀਆਂ ਨੇ ਤੇ ਵੱਧ ਵੀ ਸਕਦੀਆਂ ਨੇ ਜੇ ਇਹ ਵੇਰੀਐਂਟ ਵੱਧਦੇ ਰਹੇ ਤਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਜਿਹੜਾ ਕੋਈ ਕੈਨੇਡਾ ਦੇ ਵਿੱਚ ਆ ਰਿਹਾ ਹੈਗਾ ਓਨਟਾਰੀਓ 'ਚ ਆ ਰਿਹਾ ਉਹਨਾਂ ਦੇ ਲਈ 4 ਹੋਟਲ ਦੇ ਦਿੱਤੇ ਗਏ ਆ ਵੈਨਕੂਵਰ ਦੇ ਵਿੱਚ ਜਿਹੜਾ ਆ ਰਿਹਾ ਉਹਨਾਂ ਦੇ ਲਈ 2 ਹੈਗੇ ਆ ਐਲਬਰਟਾ ਸਿਰਫ 4 에ਅਰਪੋਰਟਸ ਦੇ ਉੱਤੇ ਹੀ ਜਿਹੜੀਆਂ ਫਲਾਈਟਸ ਆਉਣੀਆਂ ਨੇ ਮੌਂਟਰੀਅਲ ਦੇ ਵਿੱਚ ਮੌਂਟਰੀਅਲ ਕੈਲਗਰੀ ਤੇ ਵੈਨਕੂਵਰ ਤੇ ਓਨਟਾਰੀਓ ਦੇ ਵਿੱਚ ਹੀ ਜਾਣੀਆਂ ਨੇ ਸੋ ਸਾਨੂੰ ਦੇਖ ਕੇ ਫੇਰ ਹੀ ਆਉਣਾ ਚਾਹੀਦਾ ਪਰ ਹੁਣ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਹੋ ਰਿਹਾ ਹੈਗਾ ਕਿ ਜੇ ਕਿਸੇ ਨੇ ਕੋਈ ਵੀ ਐਪਲੀਕੇਸ਼ਨ ਲਾਈ ਹੈ ਚਾਹੇ ਉਹ ਸਪਾਊਸਲ ਦੇ ਬੇਸ ਤੇ ਉੱਤੇ ਆ ਚਾਹੇ ਕੋਈ ਇੱਥੇ ਆਉਣ ਦੇ ਲਈ ਹੈ ਚਾਹੇ ਸਟੂਡੈਂਟ ਦੀ ਹੈਗੀ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਹੋ ਰਿਹਾ ਸਪਾਊਸਲ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ ਹਮੇਸ਼ਾ ਘੱਟ ਰਹਿੰਦਾ ਜੀ ਆਲਮੋਸਟ 1 ਈਅਰ ਦਾ ਜਿਹੜਾ ਹੁਣ ਚੱਲ ਰਿਹਾ ਜੀ ਪਰ ਜਿਹੜਾ ਸਟੂਡੈਂਟਸ ਦਾ ਹੈਗਾ ਜੀ ਉਹਨਾਂ ਦਾ ਤਾਂ ਹੁਣ ਉਹਨਾਂ ਨੂੰ ਕਹੀ ਦਿੱਤਾ ਹੈ ਕਿ ਜੇ ਤੁਸੀਂ ਪੜ੍ਹਾਈ ਆਪਣੀ ਬੈਕ ਹੋਮ ਪੂਰੀ ਕਰ ਸਕਦੇ ਆ ਤਾਂ ਉੱਥੇ ਕਰੋ ਤੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾਊਗਾ ਬਿਲਕੁਲ ਇਹ ਵੀ ਇੱਕ ਨਵਾਂ ਗਿਫਟ ਹੈ ਇੱਕ ਨਵਾਂ ਗਿਫਟ ਵੀ ਹੈ ਜੀ ਇਹ ਇੱਕ ਉਹਨਾਂ ਲੋਕਾਂ ਲਈ ਸ਼ੌਕਿੰਗ ਵੀ ਹੈਗਾ ਜੀ ਕਿਉਂਕਿ ਬਹੁਤ ਸਾਰੇ ਸਟੂਡੈਂਟ ਹੁੰਦੇ ਆ ਜਿਹੜੇ ਆਪਣਾ ਇੱਥੇ ਪੋਸਟ ਗ੍ਰੈਜੂਏਟ ਜਦੋਂ ਪੜ੍ਹਾਈ ਕਰਦੇ ਆ ਜੀ ਤਾਂ ਉਹਨਾਂ ਨੂੰ ਉਹਨਾਂ ਨਾਲ ਵਰਕ ਪਰਮਿਟ ਮਿਲ ਜਾਂਦਾ 20 ਘੰਟੇ ਕੰਮ ਕਰਨ ਦਾ ਜੀ ਤਾਂ ਉਹ ਕੰਮ ਕਰਕੇ ਆਪਣੀ ਫੀਸ ਵੀ ਪੇ ਕਰ ਸਕਦੇ ਆ ਪਰ ਉੱਥੇ ਬੈਠੇ ਹੁਣ ਕੰਮ ਤਾਂ ਕਰ ਨਹੀਂ ਸਕਦੇ ਸਿਰਫ ਫੀਸ ਹੀ ਜੇਬ ਚੋਂ ਪੇ ਕਰਨੀ ਪੈਣੀ ਆ ਸੋ ਇਹ ਪੇਰੈਂਟਸ ਲਈ ਥੋੜਾ ਔਖਾ ਹੈਗਾ ਜੀ ਪਰ ਗਿਫਟ ਜ਼ਰੂਰ ਮਿਲੂਗਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਜੇ ਤੁਸੀਂ ਉੱਥੇ ਬੈਠਿਆਂ ਨੇ ਪੂਰਾ ਕਰ ਲਿਆ ਜੀ ਆਪਣੀ ਪੜ੍ਹਾਈ ਤਾਂ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਜ਼ਰੂਰ ਮਿਲੂਗਾ ਬਟ ਜੇ ਰਹੀ ਗੱਲ ਟਾਈਮਿੰਗ ਦੀ ਜੀ ਪਹਿਲਾਂ ਜਿਹੜਾ 34 ਵੀਕਾਂ ਦਾ ਟਾਈਮ ਸੀਗਾ 34 ਵੀਕਸ ਦਾ ਸੀਗਾ ਉਹ ਪਿਛਲੇ ਦਿਨੀ ਜਿਹੜਾ ਘਟ ਕੇ ਹੈ ਜੀ ਉਹ 16 ਵੀਕ ਹੋ ਗਿਆ ਜੀ ਹੁਣ ਸੋ ਟਾਈਮ ਜਿਹੜਾ ਘਟ ਰਿਹਾ ਜੀ ਇਹ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਸ ਦੀ ਗੱਲ ਕਰਦਾ ਜਿਹਦੇ ਵਿੱਚ ਸਟੂਡੈਂਟ ਵੀਜ਼ਾਸ ਤੇ ਵਰਕ ਪਰਮਿਟਸ ਹੈਗੇ ਆ ਬਟ ਐਕਸਪ੍ਰੈਸ ਐਂਟਰੀ ਦੀਆਂ ਫਾਈਲਸ ਹੈਗੀਆਂ ਜਿਹੜੀਆਂ ਆਊਟ ਆਫ ਕੰਟਰੀ ਲੱਗੀਆਂ ਹੋਈਆਂ ਸੀਗੀਆਂ ਜਾਂ ਆਲਰੇਡੀ ਪਹਿਲਾਂ ਦੀਆਂ ਲੱਗੀਆਂ ਹੋਈਆਂ ਸੀਗੀਆਂ ਕੋਵਿਡ ਤੋਂ ਪਹਿਲਾਂ ਦੀਆਂ ਉਹ ਸਟਕ ਹੋਈਆਂ ਹੋਈਆਂ ਨੇ ਜੀ ਉਹਨਾਂ ਦਾ ਕਾਫੀ ਜਿਹੜਾ ਟਾਈਮ ਆ ਲੰਬਾ ਖਿੱਚਿਆ ਗਿਆ ਗਵਰਨਮੈਂਟ ਨੂੰ ਸਮਾਂ ਦੀ ਉਹਨਾਂ ਨੂੰ ਸੋਚਣ ਦੀ ਲੋੜ ਹੈਗੀ ਆ ਰੈਦਰ ਦੈਨ ਕਿ ਆਪਾਂ ਨਵੇਂ ਜਿਹੜੇ ਪੂਲਸ ਕੱਢੀ ਜਾ ਰਹੇ ਆ ਉਹਦੇ ਨਾਲ ਕੀ ਹੋਇਆ ਕਿ ਹੋਰ ਬੈਕਲੌਗ ਵਧਣਾ ਜੀ ਕਿਉਂਕਿ ਐਪਲੀਕੇਸ਼ਨਸ 27332 ਹੁਣ ਨਵੀਆਂ ਚਲੀਆਂ ਜਾਣੀਆਂ ਐਂਡ ਉਹਦਾਂ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਲੱਗ ਚੁੱਕੀਆਂ ਜੀ 50 ਤੋਂ 60,000 ਐਪਲੀਕੇਸ਼ਨ ਪਹਿਲਾਂ ਆਲਰੇਡੀ ਲੱਗੀ ਹੋਈ ਹੈ ਜੀ ਜਿਹੜੇ ਕੈਨੇਡਾ ਦੇ ਵਿੱਚ ਕੰਮ ਕਰ ਚੁੱਕੇ ਆ ਆਲਰੇਡੀ ਸੋ ਉਹਨਾਂ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਤੇ ਹੋਰ ਵੀ ਫਰਕ ਪੈਣ ਵਾਲਾ ਜੀ ਸੋ ਕਹਿੰਦੇ ਹਰੇਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੁੰਦੇ ਹੈਗੇ ਆ ਤਾਂ ਜੇ ਉਹਨਾਂ ਨੇ ਬਹੁਤ ਜਿਹੜੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਘੱਟ ਕੀਤੀਆਂ ਰਿਲੈਕਸੇਸ਼ਨਸ ਦਿੱਤੀਆਂ ਨੇ ਉਹਦੇ ਨਾਲ ਉਹਦਾ ਬੈਕਲੌਗ ਵੱਧ ਜਾਣਾ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆ ਜਾਣੀਆਂ ਨੇ ਪਰ ਤੁਸੀਂ ਸਾਨੂੰ ਹਮੇਸ਼ਾ ਜਾਣਕਾਰੀ ਦਿੰਦੇ ਹੋ ਹਮੇਸ਼ਾ ਇਨਫੋਰਮੇਸ਼ਨ ਦਿੰਦੇ ਹੋ ਕੀ ਕੁਝ ਹੋ ਰਿਹਾ ਹੈ ਕੀ ਮੈਸੇਜ ਆ ਤੁਹਾਡਾ ਉਹਨਾਂ ਦੇ ਲਈ ਜਿਹੜੇ ਚਾਹੁੰਦੇ ਆ ਕਿ ਕੈਨੇਡਾ ਦੇ ਵਿੱਚ ਆ ਕੇ ਅਸੀਂ ਫਾਈਲਸ ਲਗਾਈਏ ਜਾਂ ਜਿਨ੍ਹਾਂ ਦੀਆਂ ਲੱਗੀਆਂ ਹੋਈਆਂ ਆਲਰੇਡੀ ਜਿਨ੍ਹਾਂ ਦੀਆਂ ਫਾਈਲਸ ਹਜੇ ਨਹੀਂ ਲੱਗੀਆਂ ਮੈਂ ਉਹਨਾਂ ਨੂੰ ਸਪੈਸ਼ਲੀ ਵੱਡਾ ਮੈਸੇਜ ਦਊਂਗਾ ਜੀ ਕਿ ਜ਼ਰੂਰ ਪ੍ਰੋਫਾਈਲ ਬਣਾ ਲਓ ਕਿਉਂਕਿ ਪਹਿਲਾਂ ਬਹੁਤ ਸਾਰੇ ਜਿਹੜੇ ਐਪਲੀਕੈਂਟਸ ਹੈਗੇ ਰਹਿ ਗਏ ਆ ਜੀ ਸੋ ਜਿੰਨੇ ਵੀ ਹੁਣ ਐਪਲੀਕੈਂਟਸ ਰਹਿੰਦੇ ਆ ਹਜੇ ਉਹ ਪ੍ਰੋਫਾਈਲ ਬਣਾ ਲੈਣ ਆਪਣਾ ਤਾਂ ਕਿ ਜਿਹੜੀ ਉਹਨਾਂ ਦਾ ਆਉਣ ਵਾਲੇ ਪੂਲ ਦੇ ਵਿੱਚ ਤੁਹਾਡਾ ਨੰਬਰ ਲੱਗ ਸਕੇ
ਜੇਕਰ ਤੁਸੀਂ ਰਹਿ ਗਏ ਤਾਂ ਹੋ ਸਕਦਾ ਹੈ ਗਵਰਨਮੈਂਟ ਅੱਗੇ ਨੂੰ ਪੂਲ ਨਾ ਕੱਢੇ ਜਾਂ 3-4 ਘੱਟ ਪੁਆਇੰਟਾਂ ਤੇ ਕੱਢ ਦੇਵੇ ਤੇ ਪੁਆਇੰਟ ਬਾਅਦ 'ਚ ਫਿਰ ਅੱਪ ਚਲੇ ਜਾਣ। ਸੋ ਹਜੇ ਸਮਾਂ ਹੈਗਾ ਆ, 1 ਜਾਂ 2 ਪੂਲ ਐਵੇਂ ਦੇ ਹਜੇ ਹੋਰ ਆਉਣਗੇ ਘੱਟ ਪੁਆਇੰਟਸ ਦੇ ਉੱਪਰ ਜਿਹਤੇ ਐਪਲੀਕੇਸ਼ਨ ਐਕਸੈਪਟ ਕੀਤੀਆਂ ਜਾਣਗੀਆਂ ਤੇ ਜਲਦੀ ਤੋਂ ਜਲਦੀ ਆਪਣਾ ਜਿਹੜਾ ਆਇਲਸ ਹੈਗਾ ਜੀ ਜਾਂ WES ਜੋ ਵੀ ਤੁਸੀਂ ਆਪਣੀ ਡਿਗਰੀ ਅਸੈਸਮੈਂਟ ਕਰਾਉਣੀ ਆ ਉਹ ਕਰਵਾ ਕੇ ਤੇ ਆਪਣਾ ਪ੍ਰੋਫਾਈਲ ਜ਼ਰੂਰ ਬਣਾ ਲਓ ਜੀ। ਜੀ ਬਿਲਕੁਲ। ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਸਕੋਰ ਹੈਗਾ ਆ ਉਹ ਘੱਟ ਹੀ ਆਊਗਾ ਤੇ ਤਾਂ ਕਿ ਜਿਹੜੇ ਰਹਿ ਗਏ ਉਮੀਦ ਹੈ ਜੀ ਉਹਨਾਂ ਦਾ ਘੱਟ ਹੀ ਰਹੂਗਾ ਜੀ ਆਉਣ ਵਾਲੇ ਸਮੇਂ ਬਿਲਕੁਲ। ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ। ਜੇ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ, ਜੇ ਤੁਸੀਂ ਆਪਣੀ ਫਾਈਲ ਹਜੇ ਪ੍ਰੋਫਾਈਲ ਨਹੀਂ ਬਣਾਇਆ, ਉਹਦੇ ਵਿੱਚ ਤੇ ਕਿਸੇ ਹੈਲਪ ਦੀ ਲੋੜ ਹੈਗੀ ਹੈ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਲਈ ਤੁਹਾਡੀ ਕਿਸੇ ਹੈਲਪ ਦੀ ਲੋੜ ਹੈਗੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ, ਤੁਸੀਂ ਵੀਜ਼ਾ ਲਿੰਕ ਨੂੰ ਕੰਟੈਕਟ ਕਰ ਸਕਦੇ ਹੋ, ਮਿਸਟਰ ਸਿੱਧੂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਕਿ ਕੀ ਕੁਝ ਹੋ ਰਿਹਾ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਤੇ ਤੁਹਾਡੇ ਤੱਕ ਕਿਸ ਤਰ੍ਹਾਂ ਜਾਣਕਾਰੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।